एवरीवन, सत श्री अकाल सारिਆਂ ਨੂੰ। ਤਾਂ ਆਪਾਂ ਸ਼ੁਰੂ ਕੀਤਾ ਹੋਇਆ ਹੈਗਾ ਬੀਐਸਟੀ ਕਲਾਸ 12 ਦਾ 5th ਚੈਪਟਰ ਆਰਗੇਨਾਈਜ਼ਿੰਗ। ਦੋ ਲੈਕਚਰਸ ਆਪਣੇ ਆਲਰੇਡੀ ਅਪਲੋਡ ਹੋ ਚੁੱਕੇ ਹੈਗੇ ਇਸ ਚੈਪਟਰ ਦੇ, ਜਿਨ੍ਹਾਂ ਦੇ ਵਿੱਚ ਆਪਾਂ ਡਿਸਕਸ ਕੀਤਾ ਸੀਗਾ ਫਸਟ ਚੈਪਟਰ ਦੇ ਵਿੱਚ ਆਰਗੇਨਾਈਜ਼ਿੰਗ ਦਾ ਮੀਨਿੰਗ, ਪ੍ਰੋਸੈਸ, ਫੀਚਰ ਐਂਡ ਇੰਪੋਰਟੈਂਸ, ਤੇ ਸੈਕੰਡ ਚੈਪਟਰ ਦੇ ਵਿੱਚ ਆਪਾਂ ਪੜ੍ਹਿਆ ਸੀਗਾ ਫਾਰਮਲ ਐਂਡ ਇਨਫਾਰਮਲ ਆਰਗੇਨਾਈਜੇਸ਼ਨ ਬਾਰੇ। ਹੁਣ ਥਰਡ ਲੈਕਚਰ ਦੇ ਵਿੱਚ ਆਪਾਂ ਪੜ੍ਹਨਾ ਹੈਗਾ ਆਰਗੇਨਾਈਜੇਸ਼ਨ ਸਟਰਕਚਰ ਬਾਰੇ ਕਿ ਆਰਗੇਨਾਈਜੇਸ਼ਨ ਸਟਰਕਚਰ ਕੀ ਹੁੰਦਾ ਹੈ, ਕਿੰਨੇ ਤਰ੍ਹਾਂ ਦਾ ਹੁੰਦਾ ਹੈਗਾ। ਤਾਂ ਦੇਖੋ ਆਰਗੇਨਾਈਜੇਸ਼ਨ ਸਟਰਕਚਰ ਹੁੰਦਾ ਕੀ ਹੈਗਾ, ਦੇਖੋ ਇੱਕ ਢਾਂਚਾ ਆਰਗੇਨਾਈਜੇਸ਼ਨ ਦਾ ਕਿਸ ਤਰ੍ਹਾਂ ਦਾ ਹੋਊਗਾ ਇਹ ਡਿਸਾਈਡ ਕਰਨਾ ਕੀ ਹੈਗਾ ਆਰਗੇਨਾਈਜੇਸ਼ਨ ਸਟਰਕਚਰ। ਕਿ ਜੋ ਢਾਂਚਾ ਤੁਸੀਂ ਬਣਾ ਰਹੇ ਹੋਗੇ ਜਿਹਦੇ ਵਿੱਚ ਰਹਿ ਕੇ ਤੁਸੀਂ ਕੰਮ ਕਰਨਾ ਹੈਗਾ ਉਹਨੂੰ ਆਪਾਂ ਆਰਗੇਨਾਈਜੇਸ਼ਨ ਸਟਰਕਚਰ ਕਹਿੰਦੇ ਹੈਗੇ। ਇਟ ਰੈਫਰਸ ਟੂ दैट framework within which all the managerial and non managerial tasks are performed, ਜਿਹਦੇ ਵਿੱਚ ਰਹਿ ਕੇ ਤੁਸੀਂ ਸਾਰੇ ਮੈਨੇਜਰੀਅਲ ਚਾਹੇ ਨਾਨ ਮੈਨੇਜਰੀਅਲ ਟਾਸਕ ਪਰਫਾਰਮ ਕਰਨੇ ਹੈਗੇ। ਉਸ ਢਾਂਚੇ ਨੂੰ ਉਸ ਫਰੇਮਵਰਕ ਨੂੰ ਆਰਗੇਨਾਈਜੇਸ਼ਨ ਸਟਰਕਚਰ ਦਾ ਨਾਮ ਦਿੱਤਾ ਗਿਆ ਹੈਗਾ। ਹੁਣ ਇਹਦਾ ਮਤਲਬ ਕੀ ਹੈਗਾ, ਦੇਖੋ ਆਪਾਂ ਗੱਲ ਕੀਤੀ ਹੈਗੀ ਕਿ ਆਰਗੇਨਾਈਜੇਸ਼ਨ ਦੇ ਵਿੱਚ ਬਹੁਤ ਸਾਰੇ ਡਿਪਾਰਟਮੈਂਟਸ ਹੁੰਦੇ ਹੈਗੇ, ਬਹੁਤ ਸਾਰੇ ਲੈਵਲਸ ਦੇ ਵਿੱਚ ਇੱਕ ਆਰਗੇਨਾਈਜੇਸ਼ਨ ਵੰਡੀ ਹੁੰਦੀ ਹੈਗੀ, ਠੀਕ ਹੈ। ਹੁਣ ਉਹਨਾਂ ਲੈਵਲਸ ਦੇ ਵਿੱਚ ਤੁਸੀਂ ਕਿਵੇਂ ਆਰਗੇਨਾਈਜੇਸ਼ਨ ਨੂੰ ਵੰਡਣਾ ਹੈਗਾ, ਕਿੰਨੇ ਡਿਪਾਰਟਮੈਂਟਸ ਤੁਸੀਂ ਬਣਾਉਣੇ ਹੈਗੇ, ਕੀ ਐਕਟੀਵਿਟੀਜ਼ ਕਿਵੇਂ ਕਿਵੇਂ ਪਰਫਾਰਮ ਕੀਤੀਆਂ ਜਾਣਗੀਆਂ, ਕੀ ਸਟਰਕਚਰ ਹੋਊਗਾ ਉਹਨਾਂ ਨੂੰ ਐਕਟੀਵਿਟੀਜ਼ ਨੂੰ ਪਰਫਾਰਮ ਕਰਨ ਦਾ, ਇਹ ਚੀਜ਼ ਡਿਸਾਈਡ ਕਰਨਾ, ਇਹ ਚੀਜ਼ ਤਿਆਰ ਕਰਨਾ ਆਰਗੇਨਾਈਜੇਸ਼ਨ ਸਟਰਕਚਰ ਹੈਗਾ। ਮੇਰੀ ਬਿਜ਼ਨਸ ਦੇ ਵਿੱਚ ਆਹ ਐਕਟੀਵਿਟੀਜ਼ ਹੋਣਗੀਆਂ, ਉਹਨਾਂ ਦੇ ਅਕੋਰਡਿੰਗ ਇੱਕ ਮੈਨੂੰ ਪਰਚੇਸ ਡਿਪਾਰਟਮੈਂਟ ਚਾਹੀਦਾ, ਇੱਕ ਮੈਨੂੰ ਪ੍ਰੋਡਕਸ਼ਨ ਡਿਪਾਰਟਮੈਂਟ ਚਾਹੀਦਾ, ਇੱਕ ਮੈਨੂੰ ਸੇਲਸ, ਮਾਰਕੀਟਿੰਗ, ਐਡਵਰਟਾਈਜ਼ਿੰਗ, ਫਾਈਨੈਂਸ, ਇਹ ਸਾਰੇ ਡਿਪਾਰਟਮੈਂਟਸ ਚਾਹੀਦੇ ਹੈਗੇ। ਦੋ ਚਾਹੀਦੇ ਹੈ, ਇੱਕ ਚਾਹੀਦੇ ਹੈਗੇ। ਇਹ ਚੀਜ਼ਾਂ ਤਿਆਰ ਕਰਨੀਆਂ ਕੀ ਹੈਗੀਆਂ ਆਰਗੇਨਾਈਜੇਸ਼ਨ ਸਟਰਕਚਰ ਇਹਨੂੰ ਕਿਹਾ ਗਿਆ। ਕਲੀਅਰ ਹੋਗੀ ਕਿ ਕਿੰਨੇ ਡਿਪਾਰਟਮੈਂਟਸ ਬਣਨਗੇ ਜਿਨ੍ਹਾਂ ਦੇ ਵਿੱਚ ਰਹਿ ਕੇ ਆਪਾਂ ਕੰਮ ਕਰਨਾ ਹੈਗਾ, ਇੱਕ ਡਿਪਾਰਟਮੈਂਟ ਦੇ ਵਿੱਚ ਕਿੰਨੇ ਬੰਦੇ ਹੋਣਗੇ, ਸਾਰੀਆਂ ਚੀਜ਼ਾਂ ਜਦੋਂ ਤੁਸੀਂ ਦੇਖਦੇ ਹੋਗੇ ਉਹਨੂੰ ਆਪਾਂ ਆਰਗੇਨਾਈਜੇਸ਼ਨ ਸਟਰਕਚਰ ਕਿਹਾ ਗਿਆ ਹੈਗਾ। ਹੁਣ ਜਦੋਂ ਆਪਾਂ ਆਰਗੇਨਾਈਜੇਸ਼ਨ ਸਟਰਕਚਰ ਦੀ ਗੱਲ ਕਰਦੇ ਹੈਗੇ ਨਾ, ਤੇ ਇੱਥੇ ਇੱਕ ਹੋਰ ਟਰਮ ਯੂਜ਼ ਕੀਤੀ ਜਾਂਦੀ ਹੈਗੀ ਸਪੇਨ ਆਫ ਮੈਨੇਜਮੈਂਟ। ਵਨ ਵਰਡ ਦੇ ਵਿੱਚ ਇਹ ਤੁਹਾਨੂੰ ਕੁਐਸਚਨ ਆ ਜਾਂਦਾ ਹੁੰਦਾ ਹੈਗਾ ਸਪੇਨ ਆਫ ਮੈਨੇਜਮੈਂਟ ਬਾਰੇ, ਕਿ ਜਿਹੜੇ ਸਪੇਨ ਆਫ ਮੈਨੇਜਮੈਂਟ ਟਰਮ ਹੈਗੀ ਉਹ ਕਿਸ ਲਈ ਯੂਜ਼ ਕੀਤੀ ਜਾਂਦੀ ਹੈਗੀ ਆਰਗੇਨਾਈਜੇਸ਼ਨ ਸਟਰਕਚਰ ਦੇ ਵਿੱਚ। ਇਸ ਦੇ ਬਾਰੇ ਗੱਲ ਕੀਤੀ ਗਈ ਹੈਗੀ। ਇਹਦਾ ਮਤਲਬ ਕੀ ਹੁੰਦਾ ਹੈਗਾ ਕਿ ਇੱਕ ਜੋ ਸਬਆਰਡੀਨੇਟ ਹੈ, ਇੱਕ ਜੋ ਸੁਪੀਰੀਅਰ ਹੈ ਉਹਦੇ ਅੰਡਰ ਇੱਕ ਟਾਈਮ ਤੇ ਕਿੰਨੇ ਸਬਆਰਡੀਨੇਟਸ ਹੋਣੇ ਚਾਹੀਦੇ ਹੈਗੇ। ਤਾਂ ਇਸ ਕੰਸੈਪਟ ਦੇ ਅਕੋਰਡਿੰਗ ਇੱਕ ਟਾਈਮ ਤੇ ਇੱਕ ਸੁਪੀਰੀਅਰ ਦੇ ਅੰਡਰ 4 ਤੋਂ 5 ਜਾਂ 5 ਤੋਂ 6 ਸਬਆਰਡੀਨੇਟਸ ਹੀ ਕੰਮ ਕਰਨੇ ਚਾਹੀਦੇ, ਕਿਉਂਕਿ ਇੱਕ ਬੰਦਾ ਇੱਕ ਟਾਈਮ ਤੇ 5 ਤੋਂ 6 ਬੰਦਿਆਂ ਤੋਂ ਹੀ ਵਧੀਆ ਤਰੀਕੇ ਨਾਲ ਕੰਮ ਕਰਵਾ ਸਕਦਾ ਹੈਗਾ। ਜੇ ਇੱਕ ਬੰਦੇ ਦੇ ਅੰਡਰ ਵੱਧ ਬੰਦੇ ਹੋਣਗੇ ਤਾਂ ਉਹਨੂੰ ਡਿਫਿਕਲਟੀ ਆ ਸਕਦੀ ਹੈ ਉਹਨਾਂ ਤੋਂ ਕੰਮ ਕਰਵਾਉਣ ਦੇ ਵਿੱਚ। ਤਾਂ ਸਪੇਨ ਆਫ ਮੈਨੇਜਮੈਂਟ ਇਸ ਟਰਮ ਬਾਰੇ ਗੱਲ ਕਰਦਾ, ਇਸ ਕੰਸੈਪਟ ਬਾਰੇ ਗੱਲ ਕਰਦਾ ਹੈਗਾ। ਤਾਂ ਹੁਣ ਆਰਗੇਨਾਈਜੇਸ਼ਨ ਸਟਰਕਚਰ ਦੇ ਵਿੱਚ ਵੀ ਆਪਾਂ ਉਹੀ ਚੀਜ਼ਾਂ ਦੇਖਣੀਆਂ ਹੈਗੀਆਂ ਕਿ ਕੰਮ ਕਿਸ ਤਰ੍ਹਾਂ ਦਾ ਹੈ, ਕੀ ਐਕਟੀਵਿਟੀ ਹੈ, ਉਹਦੇ ਅਕੋਰਡਿੰਗ ਆਪਾਂ ਨੂੰ ਕਿੰਨੇ ਡਿਪਾਰਟਮੈਂਟਸ ਚਾਹੀਦੇ ਹੈਗੇ। ਕਿ ਆਪਾਂ ਗੱਲ ਕੀਤੀ ਸੀਗੀ ਕਿ ਜੋ ਸਿਮਿਲਰ ਨੇਚਰ ਦੀਆਂ ਐਕਟੀਵਿਟੀਜ਼ ਨੇ, ਡਿਵੀਜ਼ਨ ਆਫ ਵਰਕ ਆਪਾਂ ਕਰ ਲੈਣੇ ਹੈਗੇ। ਉਦੋਂ ਬਾਅਦ ਉਹਨਾਂ ਐਕਟੀਵਿਟੀਜ਼ ਦੇ ਵਿੱਚੋਂ ਜੋ ਸਿਮਿਲਰ ਨੇਚਰ ਦੀਆਂ ਐਕਟੀਵਿਟੀਜ਼ ਨੇਗੇ ਉਹਨਾਂ ਦੀ ਆਪਾਂ ਕੀ ਕਰ ਦੇਂਗੇ, ਡਿਪਾਰਟਮੈਂਟਲਾਈਜੇਸ਼ਨ ਕਰ ਦੇਂਗੇ, ਉਹਨਾਂ ਨੂੰ ਡਿਪਾਰਟਮੈਂਟ ਦੇ ਵਿੱਚ ਵੰਡ ਦਿੰਦੇ ਹੈਗੇ। ਹੁਣ ਆਹ ਜਿਹੜੀਆਂ ਸਿਮਿਲਰ ਨੇਚਰ ਦੀਆਂ ਐਕਟੀਵਿਟੀਜ਼ ਤੁਸੀਂ ਡਿਫਾਈਨ ਕੀਤੀਆਂ ਹੈਗੀਆਂ, ਇਹਨਾਂ ਨੂੰ ਪਰਫਾਰਮ ਕਰਨ ਲਈ ਤੁਹਾਨੂੰ ਕਿੰਨੇ ਡਿਪਾਰਟਮੈਂਟਸ ਚਾਹੀਦੇ ਆ। ਇੱਕ ਡਿਪਾਰਟਮੈਂਟ ਨਾਲ ਸਾਜੂ ਜਾਂ ਇੱਕ ਤੋਂ ਵੱਧ ਡਿਪਾਰਟਮੈਂਟ ਚਾਹੀਦੇ ਹੈਗੇ। ਉਹ ਸਾਰੀਆਂ ਚੀਜ਼ਾਂ, ਉਹ ਸਾਰਾ ਢਾਂਚਾ ਤਿਆਰ ਕਰ ਦੇਣਾ ਜਿਹਦੇ ਵਿੱਚ ਰਹਿ ਕੇ ਆਪਾਂ ਕੰਮ ਕਰਾਂਗੇ, ਉਹ ਆਰਗੇਨਾਈਜੇਸ਼ਨ ਸਟਰਕਚਰ ਹੈ। ਜਦੋਂ ਤੁਸੀਂ ਆਹ ਤਿਆਰ ਕਰ ਦਿੰਦੇ ਹੋਗੇ ਕਿ ਸਾਰੀਆਂ ਸੇਮ ਨੇਚਰ ਦੀਆਂ ਐਕਟੀਵਿਟੀਜ਼, ਜਿਵੇਂ ਕਿ ਪਰਚੇਜ਼ ਰਿਲੇਟਡ ਜੋ ਵੀ ਐਕਟੀਵਿਟੀਜ਼ ਪਰਫਾਰਮ ਕਰਨੀਆਂ ਹੈਗੀਆਂ, ਉਹਦੇ ਲਈ ਮੈਨੂੰ ਇੱਕ ਡਿਪਾਰਟਮੈਂਟ ਚਾਹੀਦਾ, ਉਹਦੇ ਲਈ ਮੇਰਾ 2 ਡਿਪਾਰਟਮੈਂਟਸ ਬਣਨਗੇ। ਇਹ ਕੀ ਹੈਗਾ, ਮੇਰਾ ਆਰਗੇਨਾਈਜੇਸ਼ਨ ਸਟਰਕਚਰ ਹੈ। ਜਦੋਂ ਤੁਸੀਂ ਆਹ ਚੀਜ਼ ਤਿਆਰ ਕਰ, ਇੰਨੀ ਗੱਲ ਸਮਝ ਆ ਗਈ। ਹੁਣ ਆਪਣੇ ਸਿਲੇਬਸ ਦੇ ਅਕੋਰਡਿੰਗ ਆਪਾਂ 2 ਤਰ੍ਹਾਂ ਦੇ ਆਰਗੇਨਾਈਜੇਸ਼ਨ ਸਟਰਕਚਰਸ ਪੜ੍ਹਨੇ ਹੈਗੇ। ਇੱਕ ਪੜ੍ਹਨਾ ਹੈਗਾ ਆਪਾਂ ਫੰਕਸ਼ਨਲ ਆਰਗੇਨਾਈਜੇਸ਼ਨ ਸਟਰਕਚਰ, ਤੇ ਇੱਕ ਆਪਾਂ ਪੜ੍ਹਨਾ ਹੈਗਾ ਡਿਵੀਜ਼ਨਲ ਆਰਗੇਨਾਈਜੇਸ਼ਨਲ ਸਟਰਕਚਰ। ਫੰਕਸ਼ਨਲ ਆਰਗੇਨਾਈਜੇਸ਼ਨ ਸਟਰਕਚਰ ਕੀ ਹੁੰਦਾ ਤੇ ਡਿਵੀਜ਼ਨਲ ਆਰਗੇਨਾਈਜੇਸ਼ਨ ਸਟਰਕਚਰ ਕੀ ਹੁੰਦਾ। ਜਦੋਂ ਤੁਸੀਂ ਆਪਦੀ ਆਰਗੇਨਾਈਜੇਸ਼ਨ ਨੂੰ, ਪੂਰੀ ਆਰਗੇਨਾਈਜੇਸ਼ਨ ਹੈਗੀ, ਇਸ ਆਰਗੇਨਾਈਜੇਸ਼ਨ ਨੂੰ ਐਕਟੀਵਿਟੀਜ਼ ਦੇ ਅਕੋਰਡਿੰਗ, ਜਿੰਨੀਆਂ ਵੀ ਐਕਟੀਵਿਟੀਜ਼ ਤੁਸੀਂ ਬਿਜ਼ਨਸ ਦੇ ਵਿੱਚ ਪਰਫਾਰਮ ਕਰ ਰਹੇ ਹੋਗੇ, ਉਹਨਾਂ ਐਕਟੀਵਿਟੀਜ਼ ਦੇ ਅਕੋਰਡਿੰਗ ਜਦੋਂ ਤੁਸੀਂ ਆਰਗੇਨਾਈਜੇਸ਼ਨ ਦੀ ਡਿਵੀਜ਼ਨ ਕਰ ਦਿਓਗੇ, ਵੰਡ ਕਰ ਦਿਓਗੇ, ਉਹਨੂੰ ਕਿਹਾ ਜਾਂਦਾ ਹੈਗਾ ਫੰਕਸ਼ਨਲ ਆਰਗੇਨਾਈਜੇਸ਼ਨਲ ਸਟਰਕਚਰ।
ਆਪਾਂ ਪੜਿਆ ਸੀਗਾ ਕਿ ਆਪਾਂ ਆਰਗੇਨਾਈਜ਼ਿੰਗ ਪ੍ਰੋਸੈਸ ਦੇ ਵਿੱਚ ਪਹਿਲਾ ਕੰਮ ਆਇਡੈਂਟੀਫਾਈ ਕਰਾਂਗੇ, ਫਿਰ ਉਹਦੀ ਡਿਵੀਜ਼ਨ ਆਫ ਵਰਕ ਕਰਾਂਗੇ ਤੇ ਐਕਟੀਵਿਟੀਜ਼ ਸੇਮ ਨੇਚਰ ਦੀਆਂ ਜਿਹੜੀਆਂ ਹੋਣਗੀਆਂ ਉਹਨਾਂ ਦੇ ਅਕੋਰਡਿੰਗ ਆਪਾਂ ਡਿਪਾਰਟਮੈਂਟਲਾਈਜੇਸ਼ਨ ਕਰ ਦਾਂਗੇ। ਤਾਂ ਐਕਟੀਵਿਟੀਜ਼ ਦੇਖ ਕੇ ਕਿ ਇੱਕ ਮੈਂ ਪਰਚੇਜ਼ ਕਰਨੀ ਹੁੰਦੀ ਹੈ ਚੀਜ਼ਾਂ ਦੀ, ਇੱਕ ਮੈਂ ਪ੍ਰੋਡਕਸ਼ਨ ਕਰਨੀ ਹੁੰਦੀ ਹੈ ਚੀਜ਼ਾਂ ਦੀ, ਇੱਕ ਮੈਂ ਸਮਾਨ ਦੀ ਸੇਲ ਕਰਨੀ ਹੁੰਦੀ ਹੈ। ਸਮਾਨ ਦੀ ਸੇਲ ਕਰਨ ਲਈ ਮੈਨੂੰ ਐਡਵਰਟਾਈਜ਼ਿੰਗ ਕਰਨ ਦੀ ਲੋੜ ਹੈ, ਮੈਨੂੰ ਮਾਰਕੀਟਿੰਗ ਕਰਨ ਦੀ ਲੋੜ ਹੈਗੀ, ਤੇ ਇੱਕ ਮੈਨੂੰ ਫਾਈਨੈਂਸ ਲਈ ਵੀ ਇੱਕ ਅਲੱਗ ਡਿਪਾਰਟਮੈਂਟ ਚਾਹੀਦਾ। ਇਹ ਸਾਰੀਆਂ ਐਕਟੀਵਿਟੀਜ਼ ਜੇ ਮੈਂ ਪਰਫਾਰਮ ਕਰਨੀਆਂ ਹੈਗੀਆਂ ਤੇ ਇਹਨਾਂ ਲਈ ਮੈਨੂੰ ਅਲੱਗ-ਅਲੱਗ ਡਿਪਾਰਟਮੈਂਟਸ ਚਾਹੀਦੇ। ਜਦੋਂ ਤੁਸੀਂ ਇਹਨਾਂ ਐਕਟੀਵਿਟੀਜ਼ ਦੇ ਅਕੋਰਡਿੰਗ ਡਿਪਾਰਟਮੈਂਟਲਾਈਜੇਸ਼ਨ ਕਰ ਦਿਓਗੇ ਤਾਂ ਉਹਨੂੰ ਆਪਾਂ ਕਹਿੰਦੇ ਹੈਗੇ ਫੰਕਸ਼ਨਲ ਆਰਗੇਨਾਈਜੇਸ਼ਨਲ ਸਟਰਕਚਰ। ਇਟ ਰੈਫਰਸ ਟੂ ਦੀ ਡਿਵੀਜ਼ਨ ਆਫ ਦੀ ਹੋਲ ਐਂਟਰਪ੍ਰਾਈਜ਼ ਅਕੋਰਡਿੰਗ ਟੂ ਦੀ ਮੇਜਰ ਐਕਟੀਵਿਟੀਜ਼ ਟੂ ਬੀ ਪਰਫਾਰਮਡ ਬਾਈ ਇਟ। ਜਿੰਨੀਆਂ ਵੀ ਆਰਗੇਨਾਈਜੇਸ਼ਨ ਦੇ ਵਿੱਚ ਮੇਜਰ ਐਕਟੀਵਿਟੀਜ਼ ਪਰਫਾਰਮ ਕੀਤੀਆਂ ਜਾ ਰਹੀਆਂ ਨੇਗੀਆਂ ਉਹਨਾਂ ਦੇ ਅਕੋਰਡਿੰਗ ਜਦੋਂ ਤੁਸੀਂ ਆਰਗੇਨਾਈਜੇਸ਼ਨ ਦੀ ਡਿਵੀਜ਼ਨ ਕਰ ਦਿੰਦੇ ਹੋ ਉਹ ਹੁੰਦਾ ਫੰਕਸ਼ਨਲ ਆਰਗੇਨਾਈਜੇਸ਼ਨ ਸਟਰਕਚਰ। ਹੁਣ ਪਰਚੇਜ਼ ਦੇ ਵਿੱਚ ਪਰਚੇਜ਼ ਤਾਂ ਬਹੁਤ ਸਾਰੀਆਂ ਚੀਜ਼ਾਂ ਹੋਣਗੀਆਂ, ਰॉ ਮਟੀਰੀਅਲ ਪਰਚੇਜ਼ ਹੋਊਗਾ, ਕੁਝ ਅਸੈਸਰੀ ਟੂਲਸ ਵਗੈਰਾ ਜੋ ਮੈਨੂੰ ਚਾਹੀਦੇ ਹੈਗੇ ਪ੍ਰੋਡਕਸ਼ਨ ਲਈ ਉਹ ਸਾਰੀਆਂ ਚੀਜ਼ਾਂ ਪਰਚੇਜ਼ ਹੋਣਗੀਆਂ, ਕੁਝ ਸੈਮੀ ਫਿਨਿਸ਼ਡ ਗੁੱਡਸ ਪਰਚੇਜ਼ ਹੋਣਗੀਆਂ, ਹੋ ਸਕਦਾ ਕੁਝ ਆਪਾਂ ਨੂੰ ਫਿਨਿਸ਼ਡ ਗੁੱਡਸ ਪਰਚੇਜ਼ ਕਰਨ ਦੀ ਲੋੜ ਪਵੇ। ਇਹਦਾ ਸਮਾਨ ਤਾਂ ਬਹੁਤ ਸਾਰਾ ਪਰਚੇਜ਼ ਹੋਊਗਾ ਤੇ ਹੁਣ ਆਪਾਂ ਐਂ ਤਾਂ ਨਹੀਂ ਕਰਾਂਗੇ ਨਾ ਸੈਮੀ ਫਿਨਿਸ਼ਡ ਗੁੱਡਸ ਪਰਚੇਜ਼ ਕਰਨ ਲਈ ਅਲੱਗ ਡਿਪਾਰਟਮੈਂਟ, ਫਿਨਿਸ਼ਡ ਗੁੱਡਸ ਪਰਚੇਜ਼ ਕਰਨ ਲਈ ਅਲੱਗ ਡਿਪਾਰਟਮੈਂਟ, ਰॉ ਮਟੀਰੀਅਲ ਪਰਚੇਜ਼ ਕਰਨ ਲਈ ਅਲੱਗ ਡਿਪਾਰਟਮੈਂਟ, ਟੂਲਸ ਪਰਚੇਜ਼ ਕਰਨ ਲਈ ਅਲੱਗ ਡਿਪਾਰਟਮੈਂਟ। ਪਰਚੇਜ਼ ਦਾ ਹੀ ਕੰਮ ਹੈ ਤਾਂ ਕੀ ਕਰਾਂਗੇ ਇੱਕ ਡਿਪਾਰਟਮੈਂਟ ਬਣਾ ਦਾਂਗੇ। ਤਾਂ ਮੇਜਰ ਐਕਟੀਵਿਟੀ ਕੀ ਹੋਈ ਇੱਥੇ ਸਿਰਫ ਪਰਚੇਜ਼ ਹੋਈ, ਇੱਕ ਡਿਪਾਰਟਮੈਂਟ ਬਣ ਗਿਆ, ਫੰਕਸ਼ਨਲ ਆਰਗੇਨਾਈਜੇਸ਼ਨਲ ਸਟਰਕਚਰ ਹੈ। ਡਿਵੀਜ਼ਨਲ ਕਿੱਥੇ ਯੂਜ਼ ਹੁੰਦੀ ਹੈਗੀ ਜਦੋਂ ਤੁਹਾਡੇ ਕੋਲੇ ਡਿਫਰੈਂਟ ਪ੍ਰੋਡਕਟਸ ਨੇ, ਜਦੋਂ ਤੁਹਾਡਾ ਡਿਫਰੈਂਟ ਜੀਓਗ੍ਰਾਫਿਕਲ ਏਰੀਆ ਹੋ ਗਿਆ, ਨਾਰਥ ਸਾਊਥ ਇਦਾਂ ਤੁਹਾਡਾ ਏਰੀਆ ਅਲੱਗ-ਅਲੱਗ ਹੋ ਗਿਆ, ਕਸਟਮਰਸ ਦੀ ਟਾਈਪ ਅਲੱਗ ਹੈ, ਗਰੁੱਪ ਅਲੱਗ ਹੈਗਾ, ਜਦੋਂ ਇਦਾਂ ਡਿਫਰੈਂਸੀਏਸ਼ਨ ਕ੍ਰੀਏਟ ਹੋ ਜਾਂਦੀ ਹੈਗੀ ਕਿ ਤੁਹਾਨੂੰ ਆਪਦੀ ਆਰਗੇਨਾਈਜੇਸ਼ਨ ਇਹਨਾਂ ਦੇ ਅਕੋਰਡਿੰਗ ਵੰਡਣੀ ਪਊਗੀ, ਉੱਥੇ ਆਪਾਂ ਯੂਜ਼ ਕਰ ਦਿਆਂਗੇ ਡਿਵੀਜ਼ਨਲ ਆਰਗੇਨਾਈਜੇਸ਼ਨਲ ਸਟਰਕਚਰ। ਤਾਂ ਦੇਖੋ ਦੋ ਤੁਹਾਨੂੰ ਇੱਥੇ ਐਗਜ਼ਾਮਪਲਸ ਦਿੱਤੀਆਂ ਹੋਈਆਂ ਹੈਗੀਆਂ। ਆਹ ਫੰਕਸ਼ਨਲ ਦੀ ਹੈਗੀ, ਫੰਕਸ਼ਨਲ ਦੇ ਵਿੱਚ ਆਹ ਆਪਣੇ ਕੋਲੇ ਆ ਗਿਆ ਟੌਪ ਮੈਨੇਜਮੈਂਟ, ਟੌਪ ਮੈਨੇਜਮੈਂਟ ਦੇ ਅੰਡਰ ਕੰਮ ਕਰਨਗੇ ਆਪਣੇ ਡਿਪਾਰਟਮੈਂਟਲ ਹੈਡਸ, ਮਿਡਲ ਲੈਵਲ ਮੈਨੇਜਰਸ। ਹੁਣ ਇੱਥੇ ਪ੍ਰੋਡਕਸ਼ਨ ਡਿਪਾਰਟਮੈਂਟ ਬਣਿਆ ਹੋਇਆ ਤਾਂ ਉਹਦਾ ਹੈਡ ਆ ਜਾਊਗਾ, ਮਾਰਕੀਟਿੰਗ ਡਿਪਾਰਟਮੈਂਟ ਹੈ, ਮਾਰਕੀਟਿੰਗ ਡਿਪਾਰਟਮੈਂਟ ਹੈਡ ਆ ਜਾਊਗਾ, ਫਾਈਨੈਂਸ ਡਿਪਾਰਟਮੈਂਟ ਉਹਦਾ ਹੈਡ ਆ ਜਾਊਗਾ। ਮਾਰਕੀਟਿੰਗ ਡਿਪਾਰਟਮੈਂਟ ਦੇ ਅੱਗੇ ਡਿਪਾਰਟਮੈਂਟ ਬਣ ਗਏ ਸੇਲ ਤੇ ਐਡਵਰਟਾਈਜ਼ਿੰਗ ਸਬ ਡਿਪਾਰਟਮੈਂਟਸ। ਤਾਂ ਹੁਣ ਇੱਥੇ ਤੁਸੀਂ ਪ੍ਰੋਡਕਸ਼ਨ, ਮਾਰਕੀਟਿੰਗ, ਫਾਈਨੈਂਸ ਦੇ ਅਕੋਰਡਿੰਗ ਐਕਟੀਵਿਟੀਜ਼ ਡਿਵਾਈਡ ਕੀਤੀ ਹੈ ਫੰਕਸ਼ਨਲ ਆਰਗੇਨਾਈਜੇਸ਼ਨਸ਼ਿਪ। ਹੁਣ ਇੱਥੇ ਟੌਪ ਮੈਨੇਜਮੈਂਟ ਆ ਗਈ, ਟੌਪ ਮੈਨੇਜਮੈਂਟ ਤੋਂ ਬਾਅਦ ਇੱਥੇ ਦੋ ਡਿਵੀਜ਼ਨਸ ਬਣ ਗਿਆ, ਮੈਟਲ ਪ੍ਰੋਡਕਟ ਤੇ ਪਲਾਸਟਿਕ ਪ੍ਰੋਡਕਟ। ਆਪਣੀ ਕੰਪਨੀ ਦੋ ਪ੍ਰੋਡਕਟਸ ਦੇ ਵਿੱਚ ਡੀਲ ਕਰਦੀ ਹੈ, ਮੈਟਲ ਤੇ ਪਲਾਸਟਿਕ। ਹੁਣ ਦੇਖੋ ਮੈਟਲ ਪ੍ਰੋਡਕਟਸ ਜਦੋਂ ਮੈਂ ਮੈਨੂਫੈਕਚਰ ਕਰਨੇ ਹੈਗੇ ਤਾਂ ਇਹਨਾਂ ਵਾਸਤੇ ਰॉ ਮਟੀਰੀਅਲ ਮੈਨੂੰ ਜਮਾਂ ਅੱਡ ਚਾਹੀਦਾ, ਇਹਨਾਂ ਦੀ ਪ੍ਰੋਡਕਸ਼ਨ ਜਮਾਂ ਅਲੱਗ ਤਰੀਕੇ ਨਾਲ ਹੋਊਗੀ, ਸਾਰੀਆਂ ਐਕਟੀਵਿਟੀਜ਼ ਇਹਨਾਂ ਦੀ ਅਲੱਗ-ਅਲੱਗ ਪਰਫਾਰਮ ਹੋਣਗੀਆਂ ਪਲਾਸਟਿਕ ਪ੍ਰੋਡਕਟਸ ਦੇ ਨਾਲੋਂ। ਹੁਣ ਪਲਾਸਟਿਕ ਇੱਥੇ ਮੈਨੂੰ ਪਲਾਸਟਿਕ ਰॉ ਮਟੀਰੀਅਲ ਚ ਹੋਊਗਾ, ਇਹਨਾਂ ਦੀ ਪ੍ਰੋਡਕਸ਼ਨ ਟੈਕਨੀਕ ਅਲੱਗ ਹੋਊਗੀ, ਸਾਰਾ ਕੁਝ ਕੀ ਆ ਗਿਆ ਇੱਥੇ ਡਿਫਰੈਂਟ ਆ ਗਿਆ। ਤਾਂ ਜਦੋਂ ਮੈਂ ਪਲਾਸਟਿਕ ਪ੍ਰੋਡਕਟ ਬਣਾਉਣੇ ਹੈਗੇ ਤਾਂ ਉਹਦੇ ਵਾਸਤੇ ਮੈਨੂੰ ਇੱਕ ਅਲੱਗ ਤੋਂ ਪ੍ਰੋਡਕਸ਼ਨ ਡਿਪਾਰਟਮੈਂਟ ਚਾਹੀਦਾ, ਅਲੱਗ ਤੋਂ ਪਰਚੇਸ ਡਿਪਾਰਟਮੈਂਟ ਚਾਹੀਦਾ, ਅਲੱਗ ਤੋਂ ਮਾਰਕੀਟਿੰਗ ਡਿਪਾਰਟਮੈਂਟ ਚਾਹੀਦਾ ਕਿਉਂਕਿ ਉਹਨਾਂ ਦੇ ਕਸਟਮਰ ਟਾਈਪ ਅਲੱਗ ਹੋਣਗੇ। ਉਵੇਂ ਮੈਟਲ ਦੇ ਵਿੱਚ ਪ੍ਰੋਡਕਸ਼ਨ ਡਿਪਾਰਟਮੈਂਟ ਅਲੱਗ ਹੋਊਗਾ, ਮਾਰਕੀਟਿੰਗ ਡਿਪਾਰਟਮੈਂਟ ਅਲੱਗ ਹੋਊਗਾ, ਪਰਚੇਸ ਡਿਪਾਰਟਮੈਂਟ ਅਲੱਗ ਹੋਊਗਾ। ਜਦੋਂ ਤੁਸੀਂ ਇਸ ਤਰੀਕੇ ਨਾਲ ਆਪਦੀ ਆਰਗੇਨਾਈਜੇਸ਼ਨ ਦੀ ਡਿਵੀਜ਼ਨ ਕਰ ਦਿਓਗੇ ਤਾਂ ਉਹਨੂੰ ਆਪਾਂ ਕਹਿੰਦੇ ਹੈਗੇ ਡਿਵੀਜ਼ਨਲ ਆਰਗੇਨਾਈਜੇਸ਼ਨਲ ਸਟਰਕਚਰ। ਤੇ ਇੰਨੀ ਗੱਲ ਸਮਝ ਆਈ ਫੰਕਸ਼ਨਲ ਤੇ ਡਿਵੀਜ਼ਨਲ ਚ ਫਰਕ ਕੀ ਹੈਗਾ। ਇੱਕ ਦੇ ਵਿੱਚ ਤਾਂ ਜਿੰਨੀਆਂ ਐਕਟੀਵਿਟੀਜ਼ ਪਰਫਾਰਮ ਹੋ ਰਹੀ ਉਹਦੇ ਅਕੋਰਡਿੰਗ ਸਿਰਫ ਆਪਾਂ ਡਿਪਾਰਟਮੈਂਟਸ ਬਣਾ ਰਹੇ ਹੈਗੇ, ਦੂਜੇ ਦੇ ਵਿੱਚ ਆਪਾਂ ਡਿਪਾਰਟਮੈਂਟਸ ਤਾਂ ਬਣਾ ਰਹੇ ਹੈਗੇ ਲੇਕਿਨ ਉਹ ਜਿਹੜੇ ਡਿਪਾਰਟਮੈਂਟਸ ਹੈਗੇ ਉਹ ਅਲੱਗ-ਅਲੱਗ ਬਣ ਰਹੇ ਹੈਗੇ। ਜਿਵੇਂ ਤੁਹਾਡੇ ਕੋਲੇ ਪ੍ਰੋਡਕਟਸ ਅਲੱਗ-ਅਲੱਗ ਟਾਈਪ ਦੇ ਹੈਗੇ ਤਾਂ ਉਹਨਾਂ ਅਲੱਗ-ਅਲੱਗ ਪ੍ਰੋਡਕਟਸ ਦੇ ਬੇਸਿਸ ਤੇ ਅਲੱਗ-ਅਲੱਗ ਡਿਪਾਰਟਮੈਂਟਸ ਬਣਨਗੇ। ਮੈਟਲ ਪ੍ਰੋਡਕਟਸ ਦੇ ਅਲੱਗ ਬਣ ਜਾਣਗੇ, ਪਲਾਸਟਿਕ ਪ੍ਰੋਡਕਟ ਦੇ ਅਲੱਗ ਬਣ ਜਾਣਗੇ। ਇਦਾਂ ਹੀ ਜੇ ਮੰਨ ਲਓ ਤੁਹਾਡੇ ਕੋਲੇ ਵੁਡਨ ਪ੍ਰੋਡਕਟਸ ਹੈਗੇ ਉਹਨਾਂ ਦੇ ਅਲੱਗ ਤੋਂ ਬਣ ਜਾਣਗੇ। ਜਿੰਨੇ ਵੀ ਤੁਹਾਡੇ ਕੋਲੇ ਡਿਫਰੈਂਟ ਟਾਈਪਸ ਦੇ ਪ੍ਰੋਡਕਟਸ ਨੇਗੇ ਜਿਨ੍ਹਾਂ ਦੀ ਪ੍ਰੋਡਕਸ਼ਨ ਅਲੱਗ ਤੋਂ ਹੋਊਗੀ, ਪਰਚੇਜ਼ ਅਲੱਗ ਤੋਂ ਹੋਊਗੀ, ਉਹਨਾਂ ਦੀ ਮਾਰਕੀਟਿੰਗ, ਉਹਨਾਂ ਦੀ ਸੇਲਸ ਅਲੱਗ ਤੋਂ ਹੋਊਗੀ, ਉਹਦੇ ਲਈ ਤੁਹਾਨੂੰ ਅਲੱਗ-ਅਲੱਗ ਡਿਪਾਰਟਮੈਂਟਸ ਤਿਆਰ ਕਰਨੇ ਪੈਣਗੇ। ਤੇ ਜਦੋਂ ਤੁਸੀਂ ਅਲੱਗ-ਅਲੱਗ ਡਿਪਾਰਟਮੈਂਟਸ ਤਿਆਰ ਕਰ ਦਿਓਗੇ ਪ੍ਰੋਡਕਟ ਵਾਈਜ਼ ਤਾਂ ਉੱਥੇ ਆਪਾਂ ਕਹਿੰਦੇ ਹੈਗੇ ਕਿ ਤੁਸੀਂ ਪ੍ਰੋਡਕਟ ਵਾਈਜ਼ ਇੱਕ ਡਿਵੀਜ਼ਨ ਤਿਆਰ ਕਰਤੀ। ਤਾਂ ਹੀ ਕਰਕੇ ਇਸ ਸਟਰਕਚਰ ਦਾ ਨਾਮ ਕੀ ਰੱਖਿਆ ਗਿਆ ਹੈਗਾ ਡਿਵੀਜ਼ਨਲ ਆਰਗੇਨਾਈਜੇਸ਼ਨਲ ਸਟਰਕਚਰ, ਕਿ ਆਪਾਂ ਪੂਰੀ ਆਰਗੇਨਾਈਜੇਸ਼ਨ ਨੂੰ ਪ੍ਰੋਡਕਟ ਬੇਸਿਸ ਤੇ ਵੰਡਤਾ। ਤਾਂ ਇਹ ਦੋਨਾਂ ਦਾ ਮੀਨਿੰਗ ਸੀਗਾ ਫੰਕਸ਼ਨਲ ਤੇ ਡਿਵੀਜ਼ਨਲ ਦਾ। ਹੁਣ ਅੱਗੇ ਜਾ ਕੇ ਆਪਾਂ ਇੱਕ ਇੱਕ ਕਰਕੇ ਇਹਨਾਂ ਦੇ ਐਡਵਾਂਟੇਜ ਡਿਸਐਡਵਾਂਟੇਜ ਪੜਾਂਗੇ। ਫੰਕਸ਼ਨਲ ਦੇ ਕੀ ਐਡਵਾਂਟੇਜ ਹੈ, ਡਿਵੀਜ਼ਨਲ ਦੇ ਕੀ ਐਡਵਾਂਟੇਜ ਹੈ ਤੇ ਇਹਨਾਂ ਦੇ ਡਿਸਐਡਵਾਂਟੇजेस ਕੀ ਨੇ। ਪਰ ਇੱਕ ਗੱਲ ਜ਼ਰੂਰ ਧਿਆਨ 'ਚ ਰੱਖਣੀ ਹੈਗੀ, ਹੁਣ ਜਿਵੇਂ ਇੱਥੇ ਜਿਹੜੀ ਆਹ ਚੀਜ਼ ਹੈਗੀ ਨਾ ਟੌਪ ਲੈਵਲ ਤੋਂ ਬਾਅਦ ਆਪਾਂ ਇੱਥੇ ਕੀ ਕੀਤੀ ਹੈਗੀ, ਸਿੱਧਾ ਡਿਪਾਰਟਮੈਂਟਲਾਈਜੇਸ਼ਨ ਕੀਤੀ ਹੈਗੀ।
ਤਾਂ ਆ ਜਿਹੜਾ ਹੈਗਾ ਇੱਥੇ ਆਊਗਾ ਆਪਣਾ ਡਿਪਾਰਟਮੈਂਟਲ ਹੈਡ, प्रोडक्शन डिपार्टमेंट द हेड, मार्केटिंग डिपार्टमेंट द हेड, इत्थे आऊगा फाइनेंस डिपार्टमेंट द हेड। हुण इत्थे दा आ गया प्रोडक्शन डिपार्टमेंट द हेड, मार्केटिंग डिपार्टमेंट द हेड, लेकिन मार्केटिंग ते प्रोडक्शन डिपार्टमेंट दे हेड तो उपर ते टॉप लैवल तो बाद इत्थे एक होर बंदा बैठा हैगा जिन्हों आपां नाम दिता हैगा डिवीजनल हेड दा, जो कि आपदी डिवीजन दे विच की एक्टिविटीज परफॉर्म हो रही नेगियां उन्हां ते ध्यान रखूगा। इत्थे फाइनेंस डिपार्टमेंट दे विच की एक्टिविटीज परफॉर्म हो रही वो फाइनेंस डिपार्टमेंट दा हेड ध्यान रखूगा। इत्थे मैटल प्रोडक्ट दी जो डिवीजन हैगी ਉਹਦੇ ਵਿੱਚ जो भी एक्टिविटीज परफॉर्म हो रही ਉਹਨਾਂ ਨੂੰ सुपरवाइज ਕਰਨ ਦਾ ਕੰਮ ਕਿਹਦਾ ਹੋਊਗਾ डिवीजनल हेड ਦਾ। तो हुण अगे जो भी ਆਪਾਂ एडवांटेज डिसएडवांटेज पढ़ांगे ना वो ये चीज ध्यान च रखियो कि ਉਹਨਾਂ ਦਾ कंपैरेटिव ਉਹ एडवांटेज डिसएडवांटेज ਆਪਾਂ ਨੂੰ ਦਿੱਤੇ ਕਿਵੇਂ ਹੋਏਗੇ ਇਹਨਾਂ ਦੇ ਬੇਸਿਸ ਤੇ ਕਿ ਇਧਰੋਂ ਤਾਂ ਗੱਲ ਹੋ ਰਹੀ ਹੈ ਕਿ ਡਿਪਾਰਟਮੈਂਟਲ ਹੈਡ ਬਾਰੇ ਤੇ ਇਧਰੋਂ ਗੱਲ ਹੋਊਗੀ ਡਿਵੀਜ਼ਨਲ ਹੈਡ ਬਾਰੇ, ਯਾਨੀ ਕਿ ਡਿਵੀਜ਼ਨਲ ਹੈਡ ਤੇ ਡਿਪਾਰਟਮੈਂਟਲ ਨੂੰ ਧਿਆਨ ਚ ਰੱਖ ਕੇ ਇਹਨਾਂ ਨੇ ਆਪਾਂ ਨੂੰ ਸਾਰੇ ਐਡਵਾਂਟੇਜ ਤੇ ਡਿਸਐਡਵਾਂਟੇਜ ਦਿੱਤੇ ਹੋਏਗੇ ਤੇ ਆਪਾਂ ਉਵੇਂ ਹੀ ਪੜ੍ਹਨੇ। ਗੱਲ ਸਮਝ ਆ ਗਈ? ਚਲੋ फंक्शनल ऑर्गेनाइजेशनल स्ट्रक्चर पढ़ते हैं पहला। एडवांटेजेस बेनिफिट्स ऑफ स्पेशलाइजेशन, देखो इत्थे की होएगा तुसी काम ऑर्गेनाइजेशन नु मेजर एक्टिविटीज दे अकॉर्डिंग वंडता ते उस मेजर एक्टिविटीज नु परफॉर्म करन दी जिम्मेवारी एक एक बंदे नु देती। जदों ओ बंदे आपदे पार्ट दी जो जिम्मेवारी हैगी ओनु परफॉर्म करनगे रेगुलर बेसिस ते तो ओह की होणगे उस काम दे विच स्पेशलाइजेशन हो जाऊगी उन्हां दी। आपां भी पढ़िया सी ना पहला कि डिवीजन ऑफ वर्क जदों आपां कर देंगे ते ओह काम एक बंदा बार-बार करूगा तो उस काम दे विच स्पेशलाइज हो जाऊगा। फंक्शनल दे विच भी यही हो रहा है। तो फंक्शनल दा पहला बेनिफिट हो गया बेनिफिट ऑफ स्पेशलाइजेशन आपां अचीव कर सकते हैं। कोऑर्डिनेशन एस्टैब्लिश्ड, हुण इहदे विच की हुंदा है डिपार्टमेंट हेड जो हुंदा है डिपार्टमेंटल हेड ओह ईजीली आपदे डिपार्टमेंट दे विच कोऑर्डिनेशन एस्टैब्लिश कर सकदा है कि आपदे बंदियां दे विच जो भी उहदे डिपार्टमेंट दे विच काम कर रहे हैं उन्हां दी एक्टिविटीज दे विच कोऑर्डिनेशन ये ईजीली एस्टैब्लिश कर सकदा है। मैनेजरियल एफिशिएंसी इंक्रीज, जो थोड़ी स्पेशलाइजेशन आ गई किसी काम दे विच तो उहदे नाल थोड़ी एफिशिएंसी भी इंक्रीज हो जाएगी। मिनिमम डुप्लीकेशन ऑफ एफर्ट्स, हुण इत्थे मिनिमम डुप्लीकेशन ऑफ एफर्ट्स किवें किया गया है कि देखो फंक्शनल दे विच तुसीं की कीता हैगा सीधा डिपार्टमेंट्स वंडे हैगे, परचेज, प्रोडक्शन, ठीक है, सेल्स, फाइनेंस, मार्केटिंग इदा करके तुसी की कीता सिर्फ डिपार्टमेंट्स वंडेगे। लेकिन जदों आपां डिवीजनल दी गल करदे हैगे तो डिवीजनल दे विच पहला तुसी डिवीजन्स वंडिया मेटल, प्लास्टिक, फिर अगे जाके की कीता इन्हां सारियां दे हा सेम डिपार्टमेंट्स। तो मेटल दे विच भी परचेज दा डिपार्टमेंट बनूगा, प्रोडक्ट प्लास्टिक दे विच भी परचेज दा डिपार्टमेंट बनूगा, मेटल दे विच भी प्रोडक्शन दा डिपार्टमेंट बनूगा, प्लास्टिक दे विच भी बनूगा। तो इत्थे जो भी आह डिपार्टमेंटलाइजेशन होनी हैगी ये डबल होगी यानी मतलब कि एक तो वध बार होगी। जो दो प्रोडक्ट्स है तो दो बारी होगी, तीन प्रोडक्ट है तो तीन बारी होगी। तो इत्थे जिहड़ी एफर्ट्स लगदे ना अपने ओह वध लाने पैंदे कि आपां नूं फंक्शनल दे नालों। तां मिनिमम डुप्लीकेशन ऑफ एफर्ट्स तां करके क्या हैगा कि जिवें डिवीजनल दे विच जिहड़ी हुंदी हैगी काम आपां नूं बार-बार दो बारी या दो तो वध बारी करना पऊगा एफर्ट्स अकॉर्डिंग टू जिन्नियां भी डिवीजन होणगियां ओहदे अकॉर्डिंग लगणगे। लेकिन फंक्शनल दे विच जो है एफर्ट एक बारी ही लगूगा। प्रोडक्शन डिपार्टमेंट एक है तो प्रोडक्शन भी एक बारी ही होगी यानी कि एक बारी परफॉर्म की जाऊगी। लेकिन जिन्नियां ज्यादा डिवीजन होणगियां उन्ने बारी अलग-अलग प्रोडक्शन की जाऊगी। ट्रेनिंग इज फैसिलिटेटेड, इत्थे एक बंदे नूं एक ही काम दिता गया। परचेज डिपार्टमेंट का जो हैड है उसका काम सिर्फ की हैगा परचेज दी एक्टिविटीज का ध्यान रखना गा। तो उन्होंने ट्रेनिंग प्रोवाइड करना भी इत्थे ईजी हुंदा हैगा, ईजीली आपां उन्होंने प्रोवाइड कर सकते हैं। इक्वल वेटेज टू ऑल फंक्शंस, सारे जिहड़े मेजर फंक्शंस नूं आपां डिवाइड कीता हैगा डिपार्टमेंट्स बनाए हैगे उत्थे हर एक फंक्शन नूं इक्वल वेटेज दित्ती जांदी है। आए नहीं हैगा कि किसी डिपार्टमेंट नूं वध वेटेज किसी नूं घट। परचेज, प्रोडक्शन, सेल, मार्केटिंग, फाइनेंस सारे डिपार्टमेंट की हुंदे हैगे इक्वल वेटेज दे हुंदे हैगे, सारियां दी उन्नी बराबर दी इंपॉर्टेंस हुंदी है। इग्नोरेंस ऑफ ऑर्गेनाइजेशनल ऑब्जेक्टिव, स्पेशलाइजेशन, बेनिफिट ऑफ स्पेशलाइजेशन आप अचीव कर लेंगे। लेकिन जो कई बार बंदा स्पेशलाइज हो जाता है आपके काम के विच, उन्होंने आए होंगे कि मैं आपके काम के विच होर ज़्यादा स्पेशलाइज्ड होवां, तो उस चक्कर दे विच कई बार वो ऑर्गेनाइजेशनल ऑब्जेक्टिव्स नूं भी इग्नोर कर दिंदा है।
डिफिकल्टी इन इंटर डिपार्टमेंटल कोऑर्डिनेशन, पिछे जो पॉइंट सीगा कि कोऑर्डिनेशन एस्टैबलिश आप कर सकते हो, सीगा कि विद इन दी ऑर्गेनाइजेशन, विद इन दी डिपार्टमेंट, परचेज डिपार्टमेंट का जो हैड है आपके डिपार्टमेंट के विच ईजिली कोऑर्डिनेशन एस्टैबलिश कर सकता है, क्योंकि उन्हें सिर्फ वही काम देखना है। लेकिन जो गल आती है कि परचेज, प्रोडक्शन, सेल, इन्हां दी आपस की कोऑर्डिनेशन बारे, तो उत्थे कोऑर्डिनेशन एस्टैबलिश करनी औखी होंदी है, क्योंकि हर एक डिपार्टमेंट दे हैड नूं आए हुंदे कि मेरा डिपार्टमेंट अगे वधे, मेरे एफर्ट्स ज़्यादा होण, मेरे काम ज़्यादा वधिया होवे, मेरी रिकॉग्नाइजेशन होवे ऑर्गेनाइजेशन दे विच, तो उहदे नाल कोऑर्डिनेशन एस्टैबलिश करनी औखी हो जाती है। कन्फ्लिक्ट ऑफ इंटरस्ट, जो कोऑर्डिनेशन एस्टैबलिश नहीं होगी, तालमेल नहीं होगा, एक्टिविटीज प्रॉपरली परफॉर्म नहीं होणगियां, स्मूथली परफॉर्म नहीं होणगियां, तो उहदे नाल कन्फ्लिक्ट ऑफ इंटरस्ट भी अराइज हो सकता है विद इन दी डिपार्टमेंटल हैड्स, कि मतलब कि सारे एक दूजे नूं कह सकते कि तेरी गलती, ते इत्थे लड़ाई भी हो सकती है। हडल इन कंप्लीट डेवलपमेंट, ਜਿਹੜਾ ਬੰਦਾ ਕੰਮ कर रहा है डिपार्टमेंटल हैड, ਉਹਦੀ जो स्पैशलाइजेशन हैगी ਉਹ सिर्फ एक काम ਦੇ ਵਿੱਚ ਆਊਗੀ। परचेज डिपार्टमेंट ਦੇ ਹੈਡ ਦੀ स्पैशलाइजेशन सिर्फ परचेज रिलेटेड एक्टिविटीज ਚ ਹੋਊਗੀ, ओवरऑल एक्टिविटीज ਦੇ ਵਿੱਚ ਉਹਦੀ ਡਿਵੈਲਪਮੈਂਟ ਨਹੀਂ ਹੋਊਗੀ फंक्शनल ऑर्गेनाइजेशनल स्ट्रक्चर ਦੇ ਵਿੱਚ। ਇੰਨੀ ਗੱਲ ਕਲੀਅਰ ਹੋਗੀ। डिसएडवांटेजेस, सूटेबिलिटी कित्थे हैगी ਇਹਦੀ, वेयर द साइज ऑफ द ऑर्गेनाइजेशन यूनिट इज लार्ज, देखो डिवाइड कित्थे करांगे तुसी ऑर्गेनाइजेशन नूं, जिथे तुहाडा ऑर्गेनाइजेशन दा साइज बहुत वड्डा हैगा। जे तुहाडी ऑर्गेनाइजेशन दा साइज ही छोटा हैगा, फिर उत्थे आपां नूं ऑर्गेनाइजेशन नूं डिपार्टमेंट्स दे विच वंडण दी लोड़ ही नहीं हैगा। आपां एक ऑर्गेनाइजेशन दे विच एज वन यूनिट ही काम कर सकते हैं कि डिफरेंट यूनिट्स, डिफरेंट डिपार्टमेंट्स क्रिएट करन दी आपां नूं लोड़ नहीं हुंदी। वेयर स्पैशलाइजेशन इज रिक्वायर्ड, जिथे तुहानूं किसी एक्टिविटी दे विच स्पैशलाइजेशन चाहिए है, उत्थे भी आपां फंक्शनल ऑर्गेनाइजेशनल स्ट्रक्चर नूं यूज करांगे। वेयर डिसेंट्रलाइजेशन ऑफ अथॉरिटी इज नीडेड, डिसेंट्रलाइजेशन ऑफ अथॉरिटी का मतलब हुंदा हैगा पावर्स नूं स्प्रैड कर देना, पावर्स नूं ट्रांसफर कर देना सबऑर्डिनेट्स दे विच। जदों तुहानूं ओह पावर्स नूं डिस्ट्रीब्यूट करन दी लोड़ हुंदी हैगी, उत्थे आपां डिपार्टमेंट्स अलग-अलग बना के उन्हां डिपार्टमेंट्स दी जिम्मेवारी अलग-अलग बंदियां नूं दिन्ने हैगे। जिथे तुसीं पावर सिर्फ आपदे कोले ही रखना चाहते होगे, फिर भी उत्थे आपां नूं फंक्शनल ऑर्गेनाइजेशन दी, यानी कि ऑर्गेनाइजेशन डिपार्टमेंट्स दे विच वंडण दी लोड़ नहीं हुंदी। वेयर देयर इज ओनली वन प्रोडक्ट दैट इज सोल्ड, ते जिथे सिर्फ एक ही प्रोडक्ट बेचा जाता है, उत्थे भी फंक्शनल ऑर्गेनाइजेशन स्ट्रक्चर चलूगा। क्लियर होगी गल। डिविजनल ऑर्गेनाइजेशनल स्ट्रक्चर, एडवांटेजेस, डेवलपमेंट ऑफ डिविजनल हेड, हुण देखो इत्थे वर्ड यूज किया डेवलपमेंट, पिछे की सीगा हर्डल इन कंप्लीट डेवलपमेंट। डिसएडवांटेज दे विच इत्थे की हैगा डेवलपमेंट ऑफ डिविजनल हैड, क्यों क्या गया, क्योंकि जदों तुसीं डिविजनल हैड की गल कर रहे हो तो डिविजनल हैड आपदे अंडर हर एक एक्टिविटी देख रहा है, वो परचेज भी देखूगा, प्रोडक्शन भी देखूगा, सेल्स, मार्केटिंग, फाइनेंस, हर एक एक्टिविटी देखूगा। लेकिन फंक्शनल दे विच जो परचेज डिपार्टमेंट हैड है वो सिर्फ परचेज रिलेटेड एक्टिविटीज देखूगा, तां करके उसकी डेवलपमेंट सिर्फ एक एक्टिविटी दे विच हो रही है, स्पैशलाइजेशन, ओवरऑल डेवलपमेंट नहीं हो रही। लेकिन डिविजनल हैड की जो डेवलपमेंट है वो ओवरऑल हर एक एक्टिविटी दे विच हो रही है, क्योंकि वो हर एक एक्टिविटी का ध्यान रखता है, हर एक एक्टिविटी उसदे अंडर परफॉर्म होंदी हैगी, तां इह होगी दी फर्स्ट एडवांटेज। डिविजनल रिजल्ट्स कैन बी असेस्ड, हुण ਜਿਹੜੀ फंक्शनल हैगा, फंक्शनल ਦੇ ਵਿੱਚ ਤਾਂ ਇੱਕੋ ਹੀ ਆਰਗੇਨਾਈਜੇਸ਼ਨ ਨੂੰ ਆਪਾਂ ਅਲੱਗ-ਅਲੱਗ ਯੂਨਿਟਸ ਦੇ ਵਿੱਚ ਅਲੱਗ-ਅਲੱਗ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੈਗਾ ਕੰਮ ਨੂੰ ਸਮੂਥਲੀ ਪਰਫਾਰਮ ਕਰਨ ਲਈ, ਕਿ ਸੌਖਾ ਤਰੀਕੇ ਨਾਲ ਆਪਾਂ ਕੰਮ ਕਰ ਸਕੀਏ। ਤਾਂ ਉੱਥੇ ਕੀ ਹੁੰਦਾ ਹੈਗਾ ਕਿ ਤੁਸੀਂ ਇੱਕ ਯੂਨਿਟ ਦਾ, ਜੇ ਆਪਾਂ ਗੱਲ ਕਰੀਏ परचेज डिपार्टमेंट ਦਾ, ਕਿ परचेज डिपार्टमेंट ਨੇ ਆਪਾਂ ਨੂੰ प्रॉफिट ਦੇ ਵਿੱਚ ਕਿੰਨਾ ਹਿੱਸਾ ਦਿੱਤਾ ਹੈਗਾ, किन्नी परसेंटेज प्रॉफिट दे विच जो है वो परचेज डिपार्टमेंट के एफर्ट्स है, ये आप पता नहीं लगा सकते। लेकिन जो तुसी डिविजनल की गल कर रहे हो, आप मैटल प्रोडक्ट्स की एक अलग तो डिवीजन बना दी, इन्होंने आपका परचेज भी करना, इन्होंने प्रोडक्शन भी करना, सेल सारा काम करना है, तो इन्हों के अलग तो खर्चे भी थोड़ा पता चल जाएंगे, इन्हों तो किन्नी सेल हुई वो भी आपको पता चल जाऊगा। जो तुसी सेल चो खर्चे माइनस करोगे तो एंड ऑफ द डे थोनों मैटल प्रोडक्ट्स दे विचों कुछ बचता है, कुछ नहीं बचता, ये चीज समझ आ जाओ प्रॉफिट होंदा है या लॉस होंदा है। उवें प्लास्टिक दे विचों समझ आ जाऊगा। तो हर एक डिवीजन का की प्रॉफिट लॉस होंदा है, की रिजल्ट रहिंदा हैगा, इस स्ट्रक्चर दे विचों आपां असैस कर सकते हैं। लेकिन फंक्शनल दे विच ये चीज असैस करनी डिपार्टमेंट्स वाइज औखी हैगी, कि तुसीं नहीं पता लगा सकते कि सेल्स डिपार्टमेंट ने प्रॉफिट दे विचों तुहानूं कितना हिस्सा दिता है। लेकिन जदों तुसीं डिविजनल की गल करदे होगे तो उदों ओवरऑल ऑर्गेनाइजेशन का जो प्रॉफिट आ रहा हैगा उहदे विचों कितनी परसेंटेज मेरी मेटल प्रोडक्ट्स दी हैगी, ये मैं पता लगा सकती हूँ डिविजनल स्ट्रक्चर दे। क्विक डिसीजन मेकिंग, इत्थे डिसीजन मेकिंग क्विक हुंदी है। क्यों क्विक हुंदी है? क्योंकि इत्थे की है डिसीजन जिन्हें लैने हुंदे हो हुंदा है डिविजनल हैड।
ਤੇ ਡਿਵੀਜ਼ਨਲ ਹੈਡ ਦੇ ਅੰਡਰ ਹਰ ਇੱਕ ਐਕਟੀਵਿਟੀ ਪਰਫਾਰਮ ਹੋ ਰਹੀ ਹੁੰਦੀ ਹੈ ਕਿ ਤੁਹਾਨੂੰ ਹਰ ਇੱਕ ਐਕਟੀਵਿਟੀ ਬਾਰੇ ਨੌਲੇਜ ਹੁੰਦੀ ਹੈਗੀ ਤਾਂ ਉਹ ਡਿਸੀਜਨਸ ਲੈ ਸਕਦਾ ਹੈ। ਲੇਕਿਨ ਫੰਕਸ਼ਨਲ ਦੇ ਵਿੱਚ ਕੀ ਹੁੰਦਾ, ਵੇਰੀਅਸ ਡਿਪਾਰਟਮੈਂਟਸ ਹੁੰਦੇ ਹੈਗੇ ਤੇ ਹਰ ਇੱਕ ਡਿਪਾਰਟਮੈਂਟ ਇੱਕ ਦੂਜੇ ਨਾਲ ਲਿੰਕ ਹੋਣ ਕਰਕੇ ਇਹਨਾਂ ਨੂੰ ਇੱਕ ਦੂਜੇ ਨਾਲ ਸਲਾਹ ਮਸ਼ਵਰਾ ਕਰਕੇ ਡਿਸੀਜਨਸ ਲੈਣੇ ਹੁੰਦੇ ਹੈਗੇ, ਜਿਹਦੇ ਕਰਕੇ ਕਈ ਵਾਰੀ ਡਿਸੀਜਨਸ ਲੇਟ ਵੀ ਹੋ ਜਾਂਦੇ ਆ। ਈਜ਼ੀ ਐਕਸਪੈਂਸ਼ਨ, ਹੁਣ ਇੱਥੇ ਐਕਸਪੈਂਸ਼ਨ ਕਰਨੀ ਈਜ਼ੀ ਹੈਗੀ। ਕਿਉਂ ਈਜ਼ੀ ਹੈਗੀ? ਕਿਉਂਕਿ ਡਿਵੀਜ਼ਨਲ ਦੇ ਵਿੱਚ ਤੁਸੀਂ ਆਪਦੀ ਆਰਗੇਨਾਈਜੇਸ਼ਨ ਨੂੰ ਪ੍ਰੋਡਕਟਸ ਜਾਂ ਜੀਓਗ੍ਰਾਫਿਕਲ ਏਰੀਆ ਦੇ ਅਕੋਰਡਿੰਗ ਪਹਿਲਾਂ ਤੋਂ ਹੀ ਵੰਡਿਆ ਹੋਏਗਾ। ਜੇ ਮੰਨ ਲਓ ਕਿ ਤੁਸੀਂ ਕੱਲ ਨੂੰ ਕੋਈ ਨਵਾਂ ਪ੍ਰੋਡਕਟ ਸ਼ੁਰੂ ਕਰਨਾ ਹੈਗਾ ਤਾਂ ਉਹਦੀ ਇੱਕ ਅਲੱਗ ਤੋਂ ਡਿਵੀਜ਼ਨ ਬਣ ਜੂਗੀ। ਪਹਿਲਾਂ ਆਲਰੇਡੀ ਜੋ ਡਿਵੀਜ਼ਨਸ ਬਣੀਆਂ ਹੋਈਆਂ ਹੈਗੀਆਂ, ਪਹਿਲਾਂ ਆਲਰੇਡੀ ਜੋ ਡਿਪਾਰਟਮੈਂਟਸ ਦੇ ਵਿੱਚ ਡਿਵੀਜ਼ਨਸ ਦੇ ਵਿੱਚ ਕੰਮ ਹੋ ਰਿਹਾ ਹੈਗਾ, ਉਹਨਾਂ ਨੂੰ ਤੁਹਾਨੂੰ ਡਿਸਟਰਬ ਕਰਨ ਦੀ ਲੋੜ ਨਹੀਂ ਹੈਗੀ। ਲੇਕਿਨ ਫੰਕਸ਼ਨਲ ਦੇ ਵਿੱਚ ਆਪਾਂ ਨੂੰ ਇਹ ਚੀਜ਼ ਡਿਫਿਕਲਟ ਹੋ ਸਕਦੀ ਹੈਗੀ। ਤਾਂ ਇਹ ਸੀਗੇ ਐਡਵਾਂਟੇजेस ਡਿਵੀਜ਼ਨਲ ਸਟਰਕਚਰ ਦੇ। ਹੁਣ ਡਿਸਐਡਵਾਂਟੇजेस, ਕਨਫਲਿਕਟਸ ਬਿਟਵੀਨ ਡਿਵੀਜ਼ਨਲ ਹੈਡ, ਇਹ ਤਾਂ ਦੇਖੋ ਹੋ ਹੀ ਸਕਦਾ ਹੈਗਾ ਕਿ ਜਿਹੜੇ ਡਿਵੀਜ਼ਨਲ ਹੈਡ ਹੈਗੇ ਉਹਨਾਂ ਦੇ ਵਿੱਚ ਵੀ ਕਨਫਲਿਕਟ ਅਰਾਈਜ਼ ਹੋ ਸਕਦਾ, ਕਿਉਂਕਿ ਹਰ ਇੱਕ ਬੰਦਾ ਇਹੀ ਚਾਹੁੰਦਾ ਕਿ ਮੈਂ ਅੱਗੇ ਰਵਾਂ, ਮੈਂ ਅੱਗੇ ਰਵਾਂ, ਤਾਂ ਉਹਨਾਂ ਦੇ ਵਿੱਚ ਵੀ ਕਨਫਲਿਕਟ ਹੋ ਸਕਦਾ ਹੈ। ਡੁਪਲੀਕੇਟਸ ਆਫ ਫੰਕਸ਼ਨਸ, ਉਹੀ ਕਿ ਪਰਚੇਜ਼ ਦੇ 2 ਡਿਪਾਰਟਮੈਂਟ ਬਣਨਗੇ, 3 ਬਣ ਸਕਦੇ ਹੈਗੇ, ਪ੍ਰੋਡਕਸ਼ਨ ਦੇ 2-3 ਡਿਪਾਰਟਮੈਂਟਸ ਬਣ ਸਕਦੇ ਤੇ ਹਰ ਇੱਕ ਫੰਕਸ਼ਨ ਜੋ ਹੈ ਪਰਚੇਜ਼, ਪ੍ਰੋਡਕਸ਼ਨ ਵਗੈਰਾ, ਉਹ ਇੱਕ ਤੋਂ ਵੱਧ ਵਾਰੀ ਪਰਫਾਰਮ ਕੀਤਾ ਜਾਊਗਾ। ਇੱਕ ਤੋਂ ਵੱਧ ਵਾਰੀ ਪਰਫਾਰਮ ਕਰਨ ਦਾ ਮਤਲਬ ਇਹ ਨਹੀਂ ਹੁੰਦਾਗਾ ਕਿ ਜੇ ਆਪਾਂ ਪਰਚੇਜ਼ ਦੀ ਗੱਲ ਕਰ ਰਹੇ ਹਾਂ, ਇੱਕ ਵਾਰੀ ਪਰਚੇਜ਼ ਕਰਨੀ ਹੈਗੀ ਤਾਂ ਤੁਸੀਂ ਸਾਰੀ ਜ਼ਿੰਦਗੀ ਲਈ ਇੱਕ ਵਾਰੀ 'ਚ ਇਕੱਠਾ ਸਮਾਨ ਖਰੀਦ ਕੇ ਰੱਖ ਲਓਗੇ। ਮਤਲਬ ਕਿ ਇਸ ਐਕਟੀਵਿਟੀ ਨੂੰ ਪਰਫਾਰਮ ਕਰਨ ਲਈ ਜੋ ਡਿਪਾਰਟਮੈਂਟ ਬਣੂਗਾ ਉਹ ਇੱਕ ਬਣੂਗਾ ਤੇ ਇੱਕੋ ਹੀ ਡਿਪਾਰਟਮੈਂਟ ਦੇ ਵਿੱਚ ਇਸ ਐਕਟੀਵਿਟੀ ਰਿਲੇਟਿਡ ਐਫਰਟਸ ਲੱਗਣਗੇ, ਜ਼ਿਆਦਾ ਨਹੀਂ ਹੋਊਗਾ। ਲੇਕਿਨ ਡਿਵੀਜ਼ਨਲ ਦੇ ਵਿੱਚ ਪਰਚੇਜ਼ ਦੇ ਡਿਪਾਰਟਮੈਂਟ ਇੱਕ ਤੋਂ ਵੱਧ ਬਣਨਗੇ ਤੇ ਇਸ ਡਿਪਾਰਟਮੈਂਟ ਦੇ ਵਿੱਚ ਜੋ ਐਕਟੀਵਿਟੀਜ਼ ਪਰਫਾਰਮ ਹੋਣਗੇ ਉਹਨਾਂ ਦੇ ਪਰਫਾਰਮ ਕਰਨ ਦੇ ਵਿੱਚ ਐਫਰਟਸ ਵੀ ਇੱਕ ਤੋਂ ਵੱਧ ਲੱਗਣਗੇ। ਤਾਂ ਉਹੀ ਗੱਲ ਕਹੀ ਹੈ ਡੁਪਲੀਕੇਸਿਟੀ ਆਫ ਫੰਕਸ਼ਨਸ ਦੇ ਵਿੱਚ। ਸੈਲਫਿਸ਼ ਐਟੀਟਿਊਡ, ਉਹੀ ਕਨਫਲਿਕਟ ਵਾਲਾ ਪੁਆਇੰਟ ਆ ਗਿਆ ਕਿ ਕਈ ਵਾਰੀ ਡਿਵੀਜ਼ਨਲ ਹੈਡ ਜੋ ਹੈ ਉਹ ਸੈਲਫਿਸ਼ ਐਟੀਟਿਊਡ ਉਹਨਾਂ ਦੇ ਵਿੱਚ ਆ ਜਾਂਦਾ ਹੈ ਕਿ ਸਾਡੀ ਡਿਵੀਜ਼ਨ ਅੱਗੇ ਵਧੇ, ਅਸੀਂ ਜ਼ਿਆਦਾ ਵਧੀਆ ਕੰਮ ਕਰੀਏ, ਇਹ ਸਾਰੀਆਂ ਚੀਜ਼ਾਂ, ਤਾਂ ਉਹ ਦੂਜੀਆਂ ਡਿਵੀਜ਼ਨਸ ਨੂੰ ਕਈ ਵਾਰੀ ਇਗਨੋਰ ਕਰ ਲੈਣ, ਉਹਨਾਂ ਨੇ ਕਨਫਲਿਕਟ ਵਗੈਰਾ ਰਾਈਜ਼ ਕਰ ਲੈਂਦੇ ਆ। suitability, where number of main product is more than one, ਜਿੱਥੇ main product ਦੀ quantity counting ਜੋ ਹੈ ਇੱਕ ਤੋਂ ਵੱਧ ਹੋਵੇ ਉੱਥੇ ਦੀ suitability ਹੈ। where different manufacturing technologies and marketing methods are required, ਜਿੱਥੇ ਪ੍ਰੋਡਕਟ ਨੂੰ ਬਣਾਉਣ ਦੀ ਜੋ ਮਾਰਕੀਟਿੰਗ ਮੈਥਡਸ ਹੈਗੇ, ਪ੍ਰੋਡਕਟ ਨੂੰ ਮੈਨੂਫੈਕਚਰ ਕਰਨ ਦੀ ਜੋ ਟੈਕਨੋਲੋਜੀ ਹੈਗੀ ਤੇ ਉਹਦੇ ਮਾਰਕੀਟਿੰਗ ਮੈਥਡਸ ਜੋ ਨੇਗੇ ਉਹ ਡਿਫਰੈਂਟ ਯੂਜ਼ ਕੀਤੇ ਜਾਂਦੇ ਹੈਗੇ, ਉੱਥੇ ਵੀ ਤੁਹਾਨੂੰ ਡਿਵੀਜ਼ਨਲ ਸਟਰਕਚਰ ਬਣਾਉਣਾ ਪਊਗਾ। ਤੇ ਜਿੱਥੇ ਸਾਈਜ਼ ਆਫ ਦੀ ਕੰਸਰਨ ਬਹੁਤ ਹੀ ਜ਼ਿਆਦਾ ਵੱਡਾ, ਉੱਥੇ ਵੀ ਤੁਹਾਨੂੰ ਡਿਵੀਜ਼ਨਲ ਸਟਰਕਚਰ ਬਣਾਉਣਾ ਪੈ ਸਕਦਾ ਹੈਗਾ। ਜੋਗ੍ਰਾਫਿਕਲ ਏਰੀਆ ਵਾਲਾ ਪੁਆਇੰਟ ਵੀ ਤੁਸੀਂ ਐਡ ਕਰ ਸਕਦੇ ਹੋ ਕਿ ਜਿੱਥੇ ਅਲੱਗ-ਅਲੱਗ ਜੋਗ੍ਰਾਫਿਕਲ ਏਰੀਆ ਹੈਗਾ ਉੱਥੇ ਵੀ ਤੁਹਾਨੂੰ ਡਿਵੀਜ਼ਨਲ ਸਟਰਕਚਰ ਬਣਾਉਣਾ ਪਊਗਾ। ਠੀਕ ਹੈ, ਇੰਨੀ ਗੱਲ ਸਮਝ ਆ ਗਈ ਡਿਵੀਜ਼ਨਲ ਤੇ ਫੰਕਸ਼ਨਲ ਦੇ ਐਡਵਾਂਟੇਜ ਡਿਸਐਡਵਾਂਟੇਜ ਸਾਰਾ ਕੁਝ ਪਤਾ ਲੱਗ ਗਿਆ। ਹੁਣ ਇਹਨਾਂ ਦੋਨਾਂ ਦੇ ਵਿੱਚ ਫਰਕ ਕੀ ਹੈਗਾ, ਡਿਫਰੈਂਸ ਕੀ ਹੈਗਾ, ਤਾਂ ਮੈਂ ਸਿਰਫ ਡਿਫਰੈਂਸ ਦੇ ਪੁਆਇੰਟ ਲਿਖੇ ਹੈਗੇ, ਐਕਸਪਲੇਨੇਸ਼ਨ ਨਹੀਂ ਲਿਖੀਗੀ, ਉਹ ਆਪਾਂ ਐਕਸਪਲੇਨ ਕਰ ਸਕਦੇ ਹੈਗੇ, ਕਰਦੇ ਆ। ਮਤਲਬ ਕਿ ਦੇਖੋ ਪਹਿਲਾ ਪੁਆਇੰਟ ਕੀ ਹੈਗਾ, ਫਾਰਮੇਸ਼ਨ। ਇਹਦੀ ਪਹਿਲਾਂ ਫੰਕਸ਼ਨਲ ਦਾ ਪੁਆਇੰਟ ਲਿਖੂੰਗੀ, ਫਿਰ ਡਿਵੀਜ਼ਨਲ ਦਾ ਪੁਆਇੰਟ ਲਿਖੂੰਗੀ। ਹੁਣ ਫੰਕਸ਼ਨਲ ਦੇ ਵਿੱਚ ਜੋ ਫਾਰਮੇਸ਼ਨ ਹੈ ਉਹ ਹੁੰਦੀ ਹੈਗੀ ਵਰਕ ਦੇ ਅਕੋਰਡਿੰਗ, ਇਹਦੇ ਵਿੱਚ ਜੋ ਫਾਰਮੇਸ਼ਨ ਹੈਗੀ ਉਹ ਹੁੰਦੀ ਹੈਗੀ ਪ੍ਰੋਡਕਟਸ ਦੇ ਅਕੋਰਡਿੰਗ, ਕਿ ਕਿੰਨੇ ਪ੍ਰੋਡਕਟਸ ਮੈਨੂਫੈਕਚਰ ਕੀਤੇ ਜਾ ਰਹੇ ਹੈਗੇ ਉਹਦੇ ਅਕੋਰਡਿੰਗ। ਸਪੈਸ਼ਲਾਈਜੇਸ਼ਨ ਜੋ ਹੈ ਉਹ ਕਿਸੇ ਵਨ ਜੌਬ ਵਨ ਐਕਟੀਵਿਟੀ ਦੇ ਵਿੱਚ ਆਊਗੀ। ਇਹਦੇ ਵਿੱਚ ਜੋ ਸਪੈਸ਼ਲਾਈਜੇਸ਼ਨ ਹੈ, ਡਿਵੈਲਪਮੈਂਟ ਹੈਗੀ, ਉਹ ਓਵਰਆਲ ਹਰ ਇੱਕ ਐਕਟੀਵਿਟੀ ਦੇ ਵਿੱਚ ਆਊਗੀ। ਰਿਸਪੌਂਸਿਬਿਲਟੀ, ਇਹਦੇ ਵਿੱਚ ਡਿਪਾਰਟਮੈਂਟਲ ਹੈਡ ਜੋ ਹੁੰਦਾ ਹੈਗਾ ਉਹ ਰਿਸਪੌਂਸਿਬਲ ਹੁੰਦਾ ਹੈਗਾ। ਬੇਸਿਕਲੀ ਕੀ ਹੁੰਦਾ ਹੈਗਾ ਨਾ, ਆਪਾਂ ਹੁਣੇ ਪੁਆਇੰਟ ਡਿਸਕਸ ਕੀਤਾ ਹੈਗਾ ਕਿ ਰਿਜ਼ਲਟਸ ਜੋ ਨੇਗੇ ਉਹ ਆਪਾਂ ਅਸੈਸ ਨਹੀਂ ਕਰ ਸਕਦੇ ਫੰਕਸ਼ਨਲ ਦੇ ਵਿੱਚ, ਲੇਕਿਨ ਡਿਵੀਜ਼ਨਲ ਦੇ ਵਿੱਚ ਕਰ ਸਕਦੇ ਹੈਗੇ। ਤਾਂ ਜੇ ਮੰਨ ਲਓ ਕਿ ਤੁਹਾਡੀ ਆਰਗੇਨਾਈਜੇਸ਼ਨ ਦਾ ਪ੍ਰੋਫਿਟ ਘੱਟ ਆ ਰਿਹਾ ਹੈਗਾ ਤਾਂ ਉੱਥੇ ਆਪਾਂ ਨਹੀਂ ਪਤਾ ਲਗਾ ਸਕਦੇ ਕਿ ਕਿਸ ਡਿਪਾਰਟਮੈਂਟ ਦੀ ਗਲਤੀ ਕਰਕੇ ਪ੍ਰੋਫਿਟ ਘੱਟ ਆ ਰਿਹਾ ਹੈਗਾ, ਤਾਂ ਉੱਥੇ ਕਿਸੇ ਵੀ ਡਿਪਾਰਟਮੈਂਟਲ ਹੈਡ ਨੂੰ ਰਿਸਪੌਂਸਿਬਲ ਠਹਿਰਾਣਾ ਇਸ ਚੀਜ਼ ਵਾਸਤੇ ਆਪਾਂ ਨੂੰ ਔਖਾ ਹੁੰਦਾ, ਕਿਉਂਕਿ ਰਿਜ਼ਲਟਸ ਅਸੈਸ ਨਹੀਂ ਹੁੰਦੇਗੇ ਪਾਰਟਿਕੂਲਰ ਡਿਪਾਰਟਮੈਂਟ ਦੇ। ਲੇਕਿਨ ਡਿਵੀਜ਼ਨਲ ਦੇ ਵਿੱਚ ਆਪਾਂ ਰਿਜ਼ਲਟਸ ਈਜ਼ੀਲੀ ਅਸੈਸ ਕਰ ਸਕਦੇ ਹੈਗੇ, ਤਾਂ ਇੱਥੇ ਡਿਵੀਜ਼ਨਲ ਹੈਡ ਜੋ ਹੈ ਉਹ ਈਜ਼ੀਲੀ ਆਪਾਂ ਕੀ ਕਰ ਸਕਦੇ, ਉਹਨੂੰ ਰਿਸਪੌਂਸਿਬਲ ਵੀ ਠਹਿਰਾ ਸਕਦੇ ਹੈਗੇ ਜੇ ਉਹਦੀ ਡਿਵੀਜ਼ਨ ਪ੍ਰੋਪਰਲੀ ਵਰਕ ਨਹੀਂ ਕਰ ਰਹੀ ਤਾਂ ਰਿਸਪੌਂਸਿਬਿਲਿਟੀ ਇੱਥੇ ਡਿਵੀਜ਼ਨਲ ਹੈਡ ਦੀ ਹੁੰਦੀ ਹੈਗੀ, ਲੇਕਿਨ ਇੱਥੇ ਜੋ ਹੈ ਉਹ ਡਿਪਾਰਟਮੈਂਟਲ ਹੈਡਸ ਦੀ ਰਿਸਪੌਂਸਿਬਿਲਿਟੀ ਨਹੀਂ ਮੰਨੀ ਜਾਂਦੀ। ਮੈਨੇਜਰੀਅਲ ਡਿਵੈਲਪਮੈਂਟ, ਉਹੀ ਪੁਆਇੰਟ ਕਿ ਇੱਥੇ ਜਿਹੜੀ ਡਿਵੈਲਪਮੈਂਟ ਹੁੰਦੀ ਹੈਗੀ ਉਹ ਸਾਰੀ ਐਕਟੀਵਿਟੀਜ਼ ਦੇ ਵਿੱਚ ਨਹੀਂ ਹੁੰਦੀ, ਇੱਥੇ ਓਵਰਆਲ ਫੁੱਲੀ ਐਕਟੀਵਿਟੀਜ਼ ਦੇ ਵਿੱਚ ਡਿਵੈਲਪਮੈਂਟ ਹੁੰਦੀ ਹੈਗੀ। ਕਾਸਟ ਜੋ ਹੈ
ਉਹ ਇੱਥੇ ਲੈਸ ਪੈਂਦੀ ਹੈਗੀ, ਇੱਥੇ ਮੋਰ ਪੈਂਦੀ ਹੈਗੀ। ਕਿਉਂ ਮੋਰ ਪੈਂਦੀ ਹੈਗੀ? ਕਿਉਂਕਿ ਡਿਵੀਜ਼ਨਲ ਦੇ ਵਿੱਚ ਜੋ ਡਿਪਾਰਟਮੈਂਟਸ ਹੈ ਉਹ ਇੱਕ ਤੋਂ ਵੱਧ ਬਣਨਗੇ, ਐਫਰਟਸ ਵੱਧ ਲੱਗਣਗੇ ਤਾਂ ਕਾਸਟਿੰਗ ਵੀ ਜ਼ਿਆਦਾ ਹੋਊਗੀ। ਇੱਥੇ ਜੋ ਹੈ ਡਿਪਾਰਟਮੈਂਟਸ ਇੱਕ ਇੱਕ ਬਣਨਗੇ ਤਾਂ ਐਫਰਟਸ ਘੱਟ ਲੱਗਣਗੇ, ਕਾਸਟਿੰਗ ਵੀ ਘੱਟ ਲੱਗੂਗੀ। ਕੋਆਰਡੀਨੇਸ਼ਨ ਜੋ ਹੈ ਵਿਦ ਇਨ ਦੀ ਡਿਪਾਰਟਮੈਂਟ ਕ੍ਰੀਏਟ ਕੀਤੀ ਜਾਂਦੀ ਹੈਗੀ ਇਹਦੇ ਵਿੱਚ, ਤੇ ਇਹਦੇ ਵਿੱਚ ਪੂਰੀ ਡਿਵੀਜ਼ਨ ਦੇ ਵਿੱਚ ਵਿਦ ਇਨ ਦੀ ਡਿਪਾਰਟਮੈਂਟ ਤੇ ਇੰਟਰ ਡਿਪਾਰਟਮੈਂਟ ਕੋਆਰਡੀਨੇਸ਼ਨ ਵੀ ਐਸਟੈਬਲਿਸ਼ ਹੋ ਜਾਂਦੀ ਹੈ, ਕਿਉਂਕਿ ਇੱਥੇ ਐਸਟੈਬਲਿਸ਼ ਕਿਨੇ ਕਰਨੀ ਹੁੰਦੀ ਹੈ? ਡਿਵੀਜ਼ਨਲ ਹੈਡ ਨੇ। ਸੁਟੇਬਿਲਿਟੀ ਜਿੱਥੇ ਵਨ ਪ੍ਰੋਡਕਟ ਹੈ, ਜਿੱਥੇ ਮੋਰ ਦੈਨ ਵਨ ਪ੍ਰੋਡਕਟ ਹੈ। ਤੇ ਇਹ ਸੀਗਾ ਇਹਦਾ ਡਿਫਰੈਂਸ ਫੰਕਸ਼ਨਲ ਤੇ ਡਿਵੀਜ਼ਨਲ ਦਾ। ਹੋਪ ਤੁਹਾਨੂੰ ਆਹ ਲੈਕਚਰ ਸਮਝ ਆ ਗਿਆ ਹੋਊਗਾ ਫੰਕਸ਼ਨਲ ਤੇ ਡਿਵੀਜ਼ਨਲ ਬਾਰੇ। ਫੰਕਸ਼ਨਲ ਡਿਵੀਜ਼ਨਲ ਆਰਗੇਨਾਈਜੇਸ਼ਨ ਸਟਰਕਚਰ ਦਾ ਕੀ ਮਤਲਬ ਹੈਗਾ, ਕੀ ਇਹਨਾਂ ਦੇ ਵਿੱਚ ਫਰਕ ਹੈ, ਕੀ ਇਹਨਾਂ ਦੇ ਫਾਇਦੇ, ਕੀ ਇਹਨਾਂ ਦੇ ਨੁਕਸਾਨ ਹੈ। ਬਸ ਇੱਕ ਗੱਲ ਧਿਆਨ ਚ ਰੱਖਿਓ, ਜਦੋਂ ਵੀ ਇਹਨਾਂ ਦੇ ਫਾਇਦੇ ਨੁਕਸਾਨ ਪੜਨਾ ਹੈ ਜਾਂ ਡਿਫਰੈਂਸ ਪੜਨਾ ਹੈਗਾ, ਉਹ ਡਿਪਾਰਟਮੈਂਟਲ ਹੈਡ ਤੇ ਡਿਵੀਜ਼ਨਲ ਹੈਡ ਨੂੰ ਧਿਆਨ ਚ ਰੱਖ ਕੇ ਪੜਨਾ ਹੈਗਾ। ਕਿਉਂਕਿ ਦੇਖੋ ਜਿਵੇਂ ਆਪਾਂ ਉੱਥੇ ਕਹੇਗਾ ਕਿ ਸਪੈਸ਼ਲਾਈਜੇਸ਼ਨ ਆ ਜਾਂਦੀ ਹੈਗੀ, ਠੀਕ ਹੈ। ਸਪੈਸ਼ਲਾਈਜੇਸ਼ਨ ਮਤਲਬ ਆ ਜਾਂਦੀ ਹੈਗੀ ਕਿ ਇੱਕ ਐਕਟੀਵਿਟੀ ਦੇ ਵਿੱਚ ਸਪੈਸ਼ਲਾਈਜੇਸ਼ਨ ਆ ਰਹੀ, ਕਿ ਇੱਕੋ ਹੀ ਕੰਮ ਉਹ ਬਾਰ-ਬਾਰ ਕਰ ਰਹੇਗਾ ਤਾਂ ਉਹਦੇ ਵਿੱਚ ਉਹਦੀ ਸਪੈਸ਼ਲਾਈਜੇਸ਼ਨ ਆ ਗਈ। ਇਹਦੇ ਵਿੱਚ ਆਪਾਂ ਵਰਡ ਯੂਜ਼ ਕਰਦੇ ਹਾਂ ਡਿਵੈਲਪਮੈਂਟ। ਓਵਰਆਲ ਹਰ ਇੱਕ ਐਕਟੀਵਿਟੀ ਦੇ ਵਿੱਚ ਕੀ ਹੋਗੀ? ਡਿਵੈਲਪਮੈਂਟ ਹੋਗੀ, ਕਿਉਂਕਿ ਡਿਵੀਜ਼ਨਲ ਹੈਡ ਹਰ ਇੱਕ ਐਕਟੀਵਿਟੀ ਨੂੰ ਦੇਖ ਰਿਹਾ ਹੈਗਾ, ਹਰ ਇੱਕ ਐਕਟੀਵਿਟੀ ਉਹਦੇ ਅੰਡਰ ਪਰਫਾਰਮ ਹੋ ਰਹੀ ਹੈ। ਤਾਂ ਬਸ ਇਦਾਂ ਡਿਵੀਜ਼ਨਲ ਹੈਡ ਤੇ ਡਿਪਾਰਟਮੈਂਟਲ ਹੈਡ ਨੂੰ ਧਿਆਨ ਦੇ ਵਿੱਚ ਹੀ ਰੱਖ ਕੇ ਇਹਨਾਂ ਦੇ ਐਡਵਾਂਟੇਜ ਡਿਸਐਡਵਾਂਟੇਜ ਮੀਨਿੰਗ ਪੜ੍ਹੀਏ, ਤੁਹਾਨੂੰ ਈਜ਼ੀਲੀ ਇਹ ਸਮਝ ਆ ਜਾਊਗਾ। ਕੋਈ ਵੀ ਡਾਊਟ ਰਿਹਾ, ਕੋਈ ਵੀ ਕੁਐਰੀ ਰਹੀ, ਕਮੈਂਟ ਸੈਕਸ਼ਨ ਦੇ ਵਿੱਚ ਦੱਸ ਦਿਓ, ਲਿੰਕ ਦੇ ਵਿੱਚ ਜੋ ਡਿਸਕ੍ਰਿਪਸ਼ਨ ਦੇ ਵਿੱਚ ਜੋ ਅਕਾਊਂਟਸ ਦੇ ਲਿੰਕ ਦਿੱਤੇ ਹੈਗੇ ਉਹਨਾਂ ਥਰੂ ਦੱਸ ਦਿਓ, ਜਿਵੇਂ ਮਰਜ਼ੀ ਦੱਸ ਦਿਓ, ਆਪਾਂ ਡਿਸਕਸ ਕਰ ਲਾਂਗੇ। ਤੇ ਹੁਣ ਬਸ ਆਪਣੇ ਇਸ ਚੈਪਟਰ ਦੇ ਵਿੱਚੋਂ ਇੱਕ ਟੌਪਿਕ ਬਚਿਆ, ਡੈਲੀਗੇਸ਼ਨ ਆਫ ਅਥਾਰਟੀ ਐਂਡ ਡੀਸੈਂਟਰਲਾਈਜੇਸ਼ਨ, ਠੀਕ ਹੈ। ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰ ਲਾਂਗੇ। ਉਦੋਂ ਤੱਕ ਪੜ੍ਹ ਲਿਓ ਸਾਰਾ ਕੁਝ। ਮਿਲਦੇ ਆ ਨੈਕਸਟ ਲੈਕਚਰ ਦੇ ਵਿੱਚ। ਹੈਵ ਅ ਗੁੱਡ ਡੇ।